ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅੱਜ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਹੋਈ 35,000 ਤੋਂ ਪਾਰ, ਦੱਸਾਂਗੇ ਹਰ ਸੂਬੇ ਤੋਂ ਤਾਜ਼ਾ ਅੰਕੜੇ। ਭਾਰਤ ਵਿੱਚ ਬੈਠੇ ਕੈਨੇਡੀਅਨ ਨਾਗਰਿਕਾਂ ਦੇ ਲਈ ਬੋਲੇ ਜਗਮੀਤ ਸਿੰਘ, ਉਹਨਾਂ ਨਾਲ ਹੋਈ ਗੱਲਬਾਤ ਵੀ ਕੀਤੀ ਸਾਂਝੀ ਤੇ ਨਾਲ ਹੀ ਕੈਨੇਡਾ ਸਰਕਾਰ ਦੀ ਦੱਸਾਂਗੇ ਕਿਉਂ ਕੀਤੀ ਨਿਖੇਧੀ। ਐਲਬਰਟਾ ਦੀ ਇੱਕ ਕੰਪਨੀ ਵਿੱਚ ਫੈਲਿਆ ਕੋਰੋਨਾ ਵਾਇਰਸ, ਕੰਪਨੀ ਦੇ ਕਰੀਬ 500 ਕਾਮੇ ਹੋਏ ਕੋਰੋਨਾ ਵਾਇਰਸ ਤੋਂ ਪੀੜਤ ਤੇ ਇੱਕ ਕਾਮੇ ਦੀ ਮੌਤ। ਕੈਨੇਡਾ ਵਿੱਚ ਅਜੇ ਵੀ ਗੈਰ ਕਾਨੂੰਨੀ ਢੰਗ ਨਾਲ ਆ ਰਹੇ ਨੇ ਪ੍ਰਵਾਸੀ, ਮਿਨਿਸਟਰ ਬਿਲ ਬਲੇਅਰ ਨੇ ਇਸ ਦੇ ਬਾਰੇ ਕੀ ਦਿੱਤੀ ਜਾਣਕਾਰੀ ਉਹ ਤੁਹਾਨੂੰ ਦੱਸਾਂਗੇ। ਬ੍ਰਿਟਿਸ਼ ਕੋਲੰਬੀਆ ਵਿੱਚ ਪੇਂਡੂ ਖੇਤਰਾਂ ਦੇ ਦਰਮਿਆਨ ਭਾਈਚਾਰਿਆਂ ਦੀ ਮਦਦ ਵਾਸਤੇ ਕੀਤਾ ਗਿਆ ਖਾਸ ਐਲਾਨ, ਦੱਸਾਂਗੇ ਕੀ ਦਿੱਤੀ ਜਾਵੇਗੀ ਮਦਦ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਵੱਲੋਂ ਆਪਣੇ ਕੰਮ ਨੂੰ ਅਗਲੇ ਇੱਕ ਹੋਰ ਮਹੀਨੇ ਤੱਕ ਕੀਤਾ ਗਿਆ ਮੁਅੱਤਲ, ਸਿਰਫ ਜ਼ਰੂਰੀ ਸੁਣਵਾਈ ਹੀ ਹੋਵੇਗੀ। ਬਰਨਬੀ ਦੇ TNT ਸੁਪਰਮਾਰਕੀਟ ਦੇ ਬਾਹਰ ਸ਼ੁਰੂ ਕੀਤੀ ਗਈ ਸਕਰੀਨਿੰਗ, ਗ੍ਰਾਹਕਾਂ ਤੇ ਕਾਮਿਆਂ ਦੀ ਸਕਰੀਨਿੰਗ ਤੋਂ ਬਾਅਦ ਹੀ ਉਹਨਾਂ ਨੂੰ ਮਿਲੇਗੀ ਸਟੋਰ 'ਚ ਐਂਟਰੀ। ਟਰਾਂਸਲਿੰਕ ਨੂੰ ਕੋਵਿਡ-19 ਦੌਰਾਨ ਪਿਆ ਵੱਡਾ ਘਾਟਾ, 1500 ਦੇ ਕਰੀਬ ਕਾਮੇ ਕੀਤੇ ਕੰਮ ਤੋਂ ਲਾਂਭੇ। ਨੋਵਾ ਸਕੋਸ਼ੀਆ ਵਿੱਚ ਗੋਲੀਆਂ ਚੱਲਣ ਕਾਰਨ ਹੁਣ ਤੱਕ ਹੋਈਆਂ 19 ਮੌਤਾਂ, ਦੱਸਾਂਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀ ਕਿਹਾ ਤੇ ਨਾਲ ਹੀ ਪੂਰਾ ਮਾਮਲਾ ਹੈ ਕੀ ਸੀ। ਲੈਂਗਲੀ ਵਿੱਚ ਟਰੱਕ ਤੇ ਰੇਲ ਗੱਡੀ ਦੀ ਹੋਈ ਭਿਆਨਕ ਟੱਕਰ, ਵੀਡੀਓ ਵਿੱਚ ਦਿਖਾਵਾਂਗੇ ਕਿਵੇਂ ਬਾਲ ਬਚਿਆ ਡਰਾਈਵਰ। ਐਡਮੰਟਨ ਵਿੱਚ ਅੱਜ ਸਵੇਰੇ ਘਰਾਂ ਨੂੰ ਲੱਗੀ ਅੱਗ। ਇਸ ਤਰ੍ਹਾਂ ਨਾਲ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਭਰ ਤੋਂ ਅੰਕੜੇ ਨੇ ਜੋ ਕੋਰੋਨਾ ਵਾਇਰਸ ਸੰਬੰਧੀ ਮਰੀਜ਼ਾਂ ਦੇ, ਉਹ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਈਏ ਕਿ 35,000 ਤੋਂ ਪਾਰ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਹੋ ਗਈ ਹੈ। ਹਰ ਸੂਬੇ ਵਿੱਚ ਆਖਿਰ ਇਹ ਗਿਣਤੀ ਕਿੰਨੀ ਪਹੁੰਚ ਚੁੱਕੀ ਹੈ ਉਹ ਤੁਹਾਨੂੰ ਦਿਖਾਵਾਂਗੇ ਇਸ ਬੁਲੇਟਿਨ ਦੇ ਅੰਤ ਵਿੱਚ। ਇਸ ਨਾਲ ਹੀ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਉਸ ਖਬਰ ਦੇ ਨਾਲ ਜਿਸ ਦੇ ਨਾਲ ਜੋ ਕੈਨੇਡਾ ਵਾਸੀ ਨੇ ਉਹ ਵੱਖ ਵੱਖਰੇ ਦੇਸ਼ਾਂ 'ਚ ਬੈਠੇ ਨੇ ਤੇ ਇਸ ਦੌਰਾਨ ਜੋ ਭਾਰਤ ਵਿੱਚ ਕੈਨੇਡਾ ਨਿਵਾਸੀ ਬੈਠੇ ਨੇ ਉਹਨਾਂ ਦੇ ਵੱਲੋਂ ਜੋ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਸੰਬੰਧੀ ਵੀ ਜੋ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ NDP ਲੀਡਰ ਜਗਮੀਤ ਸਿੰਘ ਦੇ ਵੱਲੋਂ। ਜਗਮੀਤ ਸਿੰਘ ਨੇ ਇੱਥੇ ਜ਼ਿਕਰ ਕੀਤਾ ਕਿ ਉਹਨਾਂ ਨੇ ਜੋ ਭਾਰਤ ਵਿੱਚ ਕੈਨੇਡੀਅਨ ਬੈਠੇ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ, ਜਿਨ੍ਹਾਂ ਵਿੱਚੋਂ ਕੁਝ ਨੂੰ ਜੋ ਕੈਨੇਡਾ ਵਾਪਸ ਲਿਆਉਣ ਦੇ ਬਾਰੇ ਪ੍ਰਕਿਰਿਆ ਵੀ ਸ਼ੁਰੂ ਹੋਈ ਸੀ, ਪਰ ਦੁਬਾਰਾ ਤੋਂ ਜੋ ਤਰੀਕਾਂ ਦਾ ਬਦਲਾਅ ਵੀ ਕੀਤਾ ਗਿਆ ਤੇ ਇਸ ਦੌਰਾਨ ਜੋ ਟਿਕਟਾਂ ਦੇ ਰੇਟ ਨੇ ਉਹ ਬਹੁਤ ਜ਼ਿਆਦਾ ਮਹਿੰਗੇ ਨੇ ਤੇ ਵੱਖੋ ਵੱਖਰੀਆਂ ਚੁਣੌਤੀਆਂ ਉਹਨਾਂ ਨੂੰ ਇੱਥੇ ਆ ਰਹੀਆਂ ਨੇ ਤੇ ਇਸ ਦੇ ਨਾਲ ਹੀ ਜੋ ਉਹਨਾਂ ਨੂੰ ਲਿਆਉਣ ਦੀ ਪ੍ਰਕਿਰਿਆ ਸੀ ਇੱਥੇ, ਉਸ ਦੇ ਵਿੱਚ ਵੀ ਜਿਹੜੇ ਯਾਤਰੀਆਂ ਦਰਮਿਆਨ ਇੱਕ ਜੋ ਡਿਸਟੈਂਸ ਰੱਖਣਾ ਚਾਹੀਦਾ, ਸੋਸ਼ਲ ਡਿਸਟੈਂਸਿੰਗ ਦਾ ਦਾਅਵਾ ਜੋ ਕੀਤਾ ਜਾ ਰਿਹਾ ਹੈ ਉਸ ਨੂੰ ਨਹੀਂ ਉਹਦੇ ਵਿੱਚ ਮੰਨਿਆ ਜਾ ਰਿਹਾ ਸੀ। ਜੋ ਲੋਕ ਜਿਨ੍ਹਾਂ ਨੇ ਇੱਥੇ ਵਾਪਸ ਆਉਣਾ ਸੀ ਉਹਨਾਂ ਦਰਮਿਆਨ ਸੋਸ਼ਲ ਡਿਸਟੈਂਸਿੰਗ ਦਾ ਕੋਈ ਧਿਆਨ ਨਹੀਂ ਸੀ ਰੱਖਿਆ ਜਾ ਰਿਹਾ ਤੇ ਇਸ ਦੌਰਾਨ ਟਰੂਡੋ ਸਰਕਾਰ ਦੇ ਵੱਲੋਂ ਜੋ ਇਸ ਦੇ ਉੱਤੇ ਕਦਮ ਚੁੱਕਣ ਦੇ ਦਾਅਵੇ ਵੀ ਕੀਤੇ ਗਏ ਕਿ ਜਦੋਂ ਕੋਵਿਡ-19 ਸੰਬੰਧੀ ਐਮਰਜੈਂਸੀ ਦਾ ਐਲਾਨ ਵੀ ਹੋਣਾ ਸੀ ਤੇ ਕੋਵਿਡ-19 ਸੰਬੰਧੀ ਹਦਾਇਤਾਂ ਲਾਈਆਂ ਜਾ ਰਹੀਆਂ ਸਨ, ਉਦੋਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਭ ਨੂੰ ਕਹਿ ਦਿੱਤਾ ਸੀ ਕਿ ਵਾਪਸ ਕੈਨੇਡਾ ਆਪਣੇ ਘਰ ਆ ਜਾਓ ਜਿਹੜੇ ਵੀ ਕੈਨੇਡੀਅਨ ਬਾਹਰ ਗਏ ਹੋਏ ਨੇ। ਪਰ ਇਸੇ ਦੌਰਾਨ ਜੋ ਇੰਡੀਆ ਵਿੱਚ ਲੋਕਡਾਊਨ ਹੋ ਗਿਆ ਸੀ ਤਾਂ ਕਰਕੇ ਉੱਥੇ ਵੱਡੀ ਗਿਣਤੀ 'ਚ ਕੈਨੇਡੀਅਨ ਉੱਥੇ ਹੀ ਰਹਿ ਗਏ ਸਨ, ਜਿਨ੍ਹਾਂ ਦੇ ਜੋ ਹਵਾਈ ਉਡਾਣਾਂ ਬੰਦ ਹੋਣ ਕਰਕੇ ਨਹੀਂ ਵਾਪਸ ਪਰਤ ਸਕੇ ਤੇ ਹਜੇ ਵੀ ਉਹਨਾਂ ਵਿੱਚੋਂ ਵੱਡੀ ਗਿਣਤੀ ਜੋ ਭਾਰਤ ਦੇ ਵਿੱਚ ਬੈਠੇ ਨੇ ਉਹਨਾਂ ਦੇ ਵਾਸਤੇ ਹੁਣ ਜਗਮੀਤ ਸਿੰਘ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਸੁਣਾਉਂਦੇ ਹਾਂ। There are tens of thousands of Canadians who are stuck in India right now. And I've spoken with some of the family members and they're deeply concerned and worried about their family that's stuck in India. These are Canadian citizens that are stuck in India. Many of them are seniors. They've run out of their medication and they want to come home. And the reality is right now, a ticket that normally costs $1,000 is costing upwards of $3,000. Flights are, from what I'm hearing, are fully booked. There is no physical distancing. And often people arrive at the airport and those flights are canceled or rescheduled at the last moment. This situation is completely unacceptable. I've raised this issue with the Prime Minister and with the Liberal government. They are not living up to their obligations to ensure that all Canadians have the right to come back home. More needs to be done. The current situation is completely unacceptable and I'll continue to raise this issue. ਉਧਰ ਐਲਬਰਟਾ ਦੀ ਇੱਕ ਕੰਪਨੀ ਤੋਂ ਮਾਮਲੇ ਸਾਹਮਣੇ ਆਏ ਨੇ ਕਿ ਕੋਵਿਡ-19 ਉੱਥੇ ਕਾਮਿਆਂ ਦਰਮਿਆਨ ਇੰਨਾ ਜ਼ਿਆਦਾ ਫੈਲ ਗਿਆ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਇੱਕ ਕਾਮੇ ਦੀ ਤਾਂ ਮੌਤ ਹੋ ਗਈ ਹੈ ਤੇ ਹੁਣ ਤੱਕ 484
ਕੋਵਿਡ-19 ਮਰੀਜ਼ਾਂ ਦੀ ਗਿਣਤੀ ਸਾਹਮਣੇ ਆ ਚੁੱਕੀ ਹੈ। ਐਲਬਰਟਾ ਵਿੱਚ ਹਾਈ ਰਿਵਰ ਕੋਲ ਮੌਜੂਦ ਕੰਪਨੀ ਕਾਰਗਿਲ ਵਿੱਚ ਹੁਣ ਤੱਕ 484 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਜਾ ਚੁੱਕਿਆ ਹੈ, ਜਿੱਥੇ ਇੱਕ ਕਾਮੇ ਦੀ ਮੌਤ ਤੱਕ ਹੋ ਗਈ ਹੈ। ਇਸ ਦੌਰਾਨ ਕਾਮਿਆਂ ਨੇ ਇਲਜ਼ਾਮ ਲਾਏ ਨੇ ਕਿ ਕੰਪਨੀ ਨੇ ਸੋਸ਼ਲ ਡਿਸਟੈਂਸਿੰਗ ਤੇ ਕੋਵਿਡ-19 ਸੰਬੰਧੀ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਕੀਤੀ ਹੈ ਤੇ ਇਸ ਦੌਰਾਨ ਉਹਨਾਂ ਨੂੰ ਦੁਬਾਰਾ ਕੰਮ ਤੇ ਆਉਣ ਲਈ ਮਜਬੂਰ ਕੀਤਾ ਹੈ, ਜਦ ਕਿ ਉਹ ਸੈਲਫ ਆਈਸੋਲੇਸ਼ਨ ਦੇ ਵਿੱਚ ਸਨ। ਇਸ ਦੌਰਾਨ ਕੰਪਨੀ ਦੇ ਉੱਤੇ ਕਾਮਿਆਂ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਕੰਪਨੀ ਦੀ ਲਾਪਰਵਾਹੀ ਕਰਕੇ ਵੱਡੀ ਗਿਣਤੀ ਵਿੱਚ ਕਾਮੇ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ। ਇਸ ਦੌਰਾਨ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਕੰਪਨੀ ਵਿੱਚ ਜੋ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ ਉਸ ਤੋਂ ਬਾਅਦ ਇਸੇ ਕਰਕੇ ਐਲਬਰਟਾ ਦੇ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਇੱਕਦਮ ਇੰਨੀ ਜ਼ਿਆਦਾ ਵਧੀ ਹੈ। ਕੈਲਗਰੀ ਦੇ ਦੱਖਣ ਵੱਲ ਕਾਰਗਿਲ ਦਾ ਪਲਾਂਟ ਹੈ ਜਿਸ ਨੂੰ ਕਿ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ ਆਰਜ਼ੀ ਤੌਰ ਦੇ ਉੱਤੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਖਾਸ ਐਲਾਨ ਕੀਤਾ ਗਿਆ ਜਿੱਥੇ ਪੇਂਡੂ ਖੇਤਰ ਨੇ ਜਾਂ ਮੂਲ ਨਿਵਾਸੀਆਂ ਦੇ ਖੇਤਰ ਨੇ ਜਿੱਥੇ ਬਹੁਤ ਜ਼ਿਆਦਾ ਸਹੂਲਤਾਂ ਨਹੀਂ ਹੈਗੀਆਂ, ਉਹਨਾਂ ਥਾਵਾਂ ਦੇ ਵਾਸਤੇ ਹੋਰ ਜ਼ਿਆਦਾ ਐਂਬੂਲੈਂਸ ਤੇ ਹੋਰ ਜ਼ਿਆਦਾ ਮੈਡੀਕਲ ਸਹੂਲਤਾਂ ਦਿੱਤੀਆਂ ਗਈਆਂ ਨੇ। ਇਸ ਸੰਬੰਧੀ ਜੋ ਐਲਾਨ ਕੀਤਾ ਗਿਆ ਹੈ, ਇਸ ਰਿਪੋਰਟ 'ਚ ਤੁਹਾਨੂੰ ਦੱਸਦੇ ਹਾਂ ਕਿ ਕੀ ਮਦਦ ਉਹਨਾਂ ਦੀ ਹੋਰ ਜ਼ਿਆਦਾ ਕੀਤੀ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਦੇ ਪੇਂਡੂ ਖੇਤਰ ਜਾਂ ਫਿਰ ਮੂਲ ਨਿਵਾਸੀਆਂ ਦੇ ਉਹ ਫਸਟ ਨੇਸ਼ਨ ਜਿੱਥੇ ਜ਼ਿਆਦਾ ਸਹੂਲਤਾਂ ਨਹੀਂ ਨੇ, ਉਹਨਾਂ ਥਾਵਾਂ ਦੇ ਵਾਸਤੇ ਮਦਦ ਲਈ ਕੋਵਿਡ-19 ਦੇ ਦੌਰਾਨ BC ਸਰਕਾਰ ਨੇ ਖਾਸ ਐਲਾਨ ਕੀਤਾ ਹੈ। ਇਸ ਦੌਰਾਨ 에ਅਰ ਐਂਬੂਲੈਂਸ ਦੀ ਸਹੂਲਤ ਵੀ ਦਿੱਤੀ ਗਈ ਹੈ ਤਾਂ ਕਿ ਕੋਵਿਡ-19 ਦੇ ਕਰਕੇ ਜੇਕਰ ਕਿਸੇ ਨੂੰ ਤੁਰੰਤ ਮੈਡੀਕਲ ਸਰਵਿਸ ਦੀ ਲੋੜ ਹੈ ਤਾਂ ਜਹਾਜ਼ ਦੇ ਰਾਹੀਂ ਉਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ ਜਾ ਸਕੇ। ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਜਿਹੇ ਭਾਈਚਾਰੇ ਜੋ ਕਿ ਜ਼ਿਆਦਾ ਸਹੂਲਤਾਂ ਨਾਲ ਲੈਸ ਨਹੀਂ ਨੇ, ਉੱਥੇ ਡਾਕਟਰਸ ਤੇ ਨਰਸਿਸ ਤੇ ਨਾਲ ਹੀ ਮਾਨਸਿਕ ਤੌਰ ਦੇ ਉੱਤੇ ਮਦਦ ਕਰਨ ਵਾਸਤੇ ਮਦਦ ਵੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਦੇ ਨਾਲ ਵੱਖੋ ਵੱਖਰੇ ਸੈਂਟਰਸ ਤੋਂ ਮਦਦ ਦਿੱਤੀ ਜਾ ਰਹੀ ਹੈ ਤੇ ਵੱਖੋ ਵੱਖਰੀਆਂ ਮੈਡੀਕਲ ਸਹੂਲਤਾਂ ਜਿਹੀਆਂ ਥਾਵਾਂ ਦੇ ਉੱਤੇ ਪਹੁੰਚਾਉਣ ਵਾਸਤੇ ਖਾਸ ਐਲਾਨ ਕੀਤਾ ਗਿਆ ਹੈ। ਸਿਰਫ ਇੰਨਾ ਹੀ ਨਹੀਂ, ਕੋਵਿਡ-19 ਦੇ ਟੈਸਟ ਕਰਨ ਨੂੰ ਲੈ ਕੇ ਤੇਜ਼ ਤਕਨੀਕ ਦੀ ਵਰਤੋਂ ਦੇ ਵਾਸਤੇ ਵੀ ਉੱਥੇ ਕਿਹਾ ਗਿਆ ਹੈ ਤੇ ਨਾਲ ਹੀ ਜਿਨ੍ਹਾਂ ਨੂੰ ਵੀ ਇਕੱਲੇ ਰਹਿਣ ਦੀ ਲੋੜ ਹੈ ਉਹਨਾਂ ਵਾਸਤੇ ਅਲੱਗ ਤੋਂ ਰਹਿਣ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਵਾਸਤੇ ਵੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਮਦਦ ਕੀਤੀ ਜਾਵੇਗੀ। ਇਸ ਸਮੇਂ ਜੋ ਸ਼ਹਿਰੀ ਖੇਤਰ ਨੇ ਉਹਨਾਂ ਵਿੱਚ ਤਾਂ ਵੱਡੇ ਪੱਧਰ ਦੇ ਉੱਤੇ ਮੈਡੀਕਲ ਸਹੂਲਤਾਂ ਪਹੁੰਚ ਰਹੀਆਂ ਨੇ, ਪਰ ਕਈ ਅਜਿਹੇ ਪੇਂਡੂ ਖੇਤਰ ਨੇ ਜੋ ਕਿ ਕਾਫੀ ਦੂਰੀ ਤੇ ਪੈਂਦੇ ਨੇ ਤੇ ਉੱਥੇ ਤੇਜ਼ ਤੇ ਵਧੀਆ ਮੈਡੀਕਲ ਸਹੂਲਤਾਂ ਨਹੀਂ ਪਹੁੰਚ ਪਾਉਂਦੀਆਂ ਜਲਦ ਤੋਂ ਜਲਦ, ਤਾਂ ਕਰਕੇ ਉਹਨਾਂ ਵਾਸਤੇ ਖਾਸ ਐਲਾਨ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕੀਤੇ ਨੇ। ਨਾਲ ਹੀ ਪ੍ਰੀਮੀਅਰ ਜੌਨ ਹੌਰਗਨ ਨੇ ਇਹ ਵੀ ਕਿਹਾ ਕਿ ਇਸ ਐਲਾਨ ਦੇ ਨਾਲ ਅਜਿਹੀਆਂ ਕਮਿਊਨਿਟੀਜ਼ ਦੇ ਵਿੱਚੋਂ ਕੋਵਿਡ-19 ਨੂੰ ਪਹੁੰਚਣ ਤੋਂ ਤੇ ਨਾਲ ਹੀ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਤੇ ਇਹ ਉਹਨਾਂ ਦੀ ਉਸ ਮਦਦ ਦੇ ਵਿੱਚ ਹੀ ਸ਼ਾਮਲ ਹੈ ਜੋ ਕੋਵਿਡ-19 ਦੌਰਾਨ ਭਾਈਚਾਰਿਆਂ ਦੀ ਕੀਤੀ ਜਾ ਰਹੀ ਹੈ। ਤੇ ਉਧਰ ਜਿਵੇਂ ਇੱਕ ਪਾਸੇ ਕੈਨੇਡਾ ਵਿੱਚ ਬਾਰਡਰ ਤਾਂ ਸੀਲ ਕੀਤੇ ਹੋਏ ਨੇ, ਪਰ ਫਿਰ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਆਉਣਾ ਲਗਾਤਾਰ ਜਾਰੀ ਹੈ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਆਉਣ ਵਾਸਤੇ ਤੇ ਉਹਨਾਂ ਦੇ ਪਨਾਹ ਲੈਣ ਸੰਬੰਧੀ ਜਿਵੇਂ ਕਿ ਕੋਵਿਡ-19 ਦੀਆਂ ਹਦਾਇਤਾਂ ਵਿੱਚ ਇਹ ਕਿਹਾ ਗਿਆ ਸੀ ਕਿ ਜਦੋਂ ਉਹ ਕੈਨੇਡਾ ਆਉਣਗੇ ਤਾਂ ਵੱਖਰੀ ਸਕਰੀਨਿੰਗ ਵੀ ਹੋਵੇਗੀ ਤੇ ਉਹਨਾਂ ਨੂੰ ਵੱਖਰੇ ਤੌਰ ਤੇ 14 ਦਿਨ ਰੱਖਿਆ ਵੀ ਜਾਵੇਗਾ। ਪਰ ਇਸੇ ਦੌਰਾਨ ਤੁਹਾਨੂੰ ਦੱਸਾਂਗੇ ਕਿ ਸਿਰਫ 1 ਮਾਰਚ ਮਹੀਨੇ ਦੇ ਵਿੱਚ ਹੀ ਕਿੰਨੇ ਗੈਰ ਕਾਨੂੰਨੀ ਪ੍ਰਵਾਸੀ ਕੈਨੇਡਾ ਵਿੱਚ ਪਨਾਹ ਲੈਣ ਦੇ ਲਈ ਆ ਚੁੱਕੇ ਨੇ। ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਬਿਲ ਬਲੇਅਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਤੋਂ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਬੰਦ ਕੀਤੇ ਗਏ ਨੇ ਕੋਵਿਡ-19 ਕਰਕੇ, ਤੇ ਇਸ ਦੌਰਾਨ ਸਿਰਫ ਬੇਹੱਦ ਜ਼ਰੂਰੀ ਟਰੈਵਲ ਵਾਸਤੇ ਹੀ ਇਜਾਜ਼ਤ ਦਿੱਤੀ ਜਾ ਰਹੀ ਹੈ, ਤਾਂ ਹੁਣ ਤੱਕ 10 ਅਜਿਹੇ ਵਿਅਕਤੀਆਂ ਨੂੰ ਵਾਪਸ ਮੋੜਿਆ ਜਾ ਚੁੱਕਿਆ ਜੋ ਕਿ ਗੈਰ ਕਾਨੂੰਨੀ ਤੌਰ ਦੇ ਉੱਤੇ ਕੈਨੇਡਾ ਵਿੱਚ ਆਉਣਾ ਚਾਹੁੰਦੇ ਸਨ ਤੇ ਪਨਾਹ ਲੈਣਾ ਚਾਹੁੰਦੇ ਸਨ। ਤੇ ਇਸ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਹਜੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਦਾ ਬਾਰਡਰ ਪਾਰ ਕਰ ਰਹੇ ਨੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਹਨਾਂ ਦੀ ਸਕਰੀਨਿੰਗ ਵੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਰੱਖਿਆ ਵੀ ਜਾ ਰਿਹਾ ਹੈ। ਪਰ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਾਲ ਯਾਨੀ ਕਿ 2020 ਦੇ ਵਿੱਚ ਕੈਨੇਡਾ 'ਚ ਮਾਰਚ ਮਹੀਨੇ ਹੀ 930 ਵਿਅਕਤੀ ਗੈਰ ਕਾਨੂੰਨੀ ਤੌਰ ਦੇ ਉੱਤੇ ਬਾਰਡਰ ਪਾਰ ਕਰਕੇ ਆਏ। ਇਹ ਗਿਣਤੀ ਪਿਛਲੇ ਸਾਲ ਯਾਨੀ ਕਿ 2019 ਦੇ ਮਾਰਚ ਮਹੀਨੇ ਨਾਲੋਂ ਘੱਟ ਹੈ, ਕਿਉਂਕਿ 2019 ਦੇ ਮਾਰਚ ਮਹੀਨੇ ਵਿੱਚ ਕੈਨੇਡਾ ਅੰਦਰ 1002 ਵਿਅਕਤੀ ਗੈਰ ਕਾਨੂੰਨੀ ਢੰਗ ਨਾਲ ਬਾਰਡਰ ਪਾਰ ਕਰਕੇ ਆਏ ਸਨ। ਇਸ ਨਾਲ ਹੀ ਜੇਕਰ ਹੁਣ ਤੱਕ ਦੇ ਇਸ ਸਾਲ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 2020 ਦੇ ਵਿੱਚ ਪਹਿਲੇ 3 ਮਹੀਨਿਆਂ ਅੰਦਰ 3035 ਵਿਅਕਤੀ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਕੇ ਕੈਨੇਡਾ ਆ ਚੁੱਕੇ ਨੇ ਤੇ ਇਹ ਗਿਣਤੀ ਪਿਛਲੇ ਸਾਲ ਦੇ 2019 ਦੇ ਇਨ੍ਹਾਂ ਹੀ 3 ਮਹੀਨਿਆਂ ਨਾਲੋਂ ਜ਼ਿਆਦਾ ਹੈ, ਕਿਉਂਕਿ 2019 ਵਿੱਚ ਪਹਿਲੇ 3 ਮਹੀਨੇ ਦੌਰਾਨ 2698 ਵਿਅਕਤੀ
ਕੈਨੇਡਾ ਦਾ ਬਾਰਡਰ ਗੈਰ ਕਾਨੂੰਨੀ ਤਰੀਕੇ ਨਾਲ ਪਾਰ ਕਰਕੇ ਆਏ ਸਨ। ਇੱਥੇ ਜ਼ਿਕਰਯੋਗ ਹੈ ਜਦੋਂ ਕੋਵਿਡ-19 ਦੀਆਂ ਹਦਾਇਤਾਂ ਲਾਈਆਂ ਗਈਆਂ ਸਨ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਸ ਦੇ ਉੱਤੇ ਵੱਖੋ-ਵੱਖਰੀਆਂ ਹਦਾਇਤਾਂ ਦੇ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਸੀ। ਤਾਂ ਇਸੇ ਦੌਰਾਨ ਇਹ ਜਾਣਕਾਰੀ ਵੀ ਦਿੱਤੀ ਗਈ ਸੀ ਕੈਨੇਡਾ ਸਰਕਾਰ ਦੇ ਵੱਲੋਂ ਕਿ ਕੋਵਿਡ-19 ਦੇ ਦੌਰਾਨ ਜੋ ਹਾਲਾਤ ਬਣੇ ਹੋਏ ਨੇ ਤੇ ਇਸ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਵੀ ਵਿਅਕਤੀ ਕੈਨੇਡਾ ਅੰਦਰ ਦਾਖਲ ਹੋ ਰਹੇ ਨੇ ਉਹਨਾਂ ਦੀ ਪਹਿਲਾਂ ਸਕਰੀਨਿੰਗ ਕੀਤੀ ਜਾਵੇਗੀ ਤੇ ਫਿਰ ਉਹਨਾਂ ਨੂੰ 14 ਦਿਨ ਲਈ ਵੱਖਰੇ ਤੌਰ ਦੇ ਉੱਤੇ ਰੱਖਿਆ ਜਾਵੇਗਾ ਤਾਂ ਕਿਤੇ ਅੰਦਰ ਜਾ ਕੇ ਉਹਨਾਂ ਦੀ ਕੈਨੇਡਾ ਵਿੱਚ ਪਨਾਹ ਲੈਣ ਸੰਬੰਧੀ ਪ੍ਰਕਿਰਿਆ ਸ਼ੁਰੂ ਹੋਵੇਗੀ ਤੇ ਕੁਝ ਇਸੇ ਤਰ੍ਹਾਂ ਹੁਣ ਚੱਲ ਵੀ ਰਿਹਾ ਹੈ। ਵੱਖੋ-ਵੱਖਰੇ ਗਰੋਸਰੀ ਸਟੋਰਸ ਦੇ ਵੱਲੋਂ ਇਸ ਵਕਤ ਆਪਣੇ ਕਾਮਿਆਂ ਤੇ ਆਪਣੇ ਗ੍ਰਾਹਕਾਂ ਦੀ ਸੁਰੱਖਿਆ ਵਾਸਤੇ ਵੱਖੋ-ਵੱਖਰੇ ਫੈਸਲੇ ਲਏ ਜਾ ਰਹੇ ਨੇ ਤੇ ਇਸ ਦੌਰਾਨ ਬਰਨਬੀ ਤੋਂ TNT ਸੁਪਰਮਾਰਕੀਟ ਨੇ ਖਾਸ ਫੈਸਲਾ ਲਿਆ ਜਿੱਥੇ ਅੱਜ ਤੋਂ ਜਿੰਨੇ ਵੀ ਗ੍ਰਾਹਕ ਜਾਂ ਕਾਮੇ ਜਦੋਂ ਸਟੋਰ ਦੇ ਅੰਦਰ ਗਏ ਨੇ ਤਾਂ ਪਹਿਲਾਂ ਉਹਨਾਂ ਦੀ ਸਕਰੀਨਿੰਗ ਕੀਤੀ ਗਈ ਹੈ। ਕੋਵਿਡ-19 ਕਰਕੇ ਜਿਵੇਂ ਕਿ ਸ਼ਾਪਿੰਗ ਮਾਲ ਤੇ ਕਈ ਸ਼ੋਰੂਮ ਬੰਦ ਪਏ ਨੇ, ਪਰ ਇਸ ਦੌਰਾਨ ਗਰੋਸਰੀ ਸਟੋਰ ਖੁੱਲ੍ਹੇ ਨੇ ਤੇ ਗਰੋਸਰੀ ਸਟੋਰਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇਹਨਾਂ ਦਿਨਾਂ ਦਰਮਿਆਨ ਵੀ ਦੇਖੇ ਜਾ ਸਕਦੇ ਨੇ ਤੇ ਇਸੇ ਤਰ੍ਹਾਂ ਬਰਨਬੀ ਦੇ ਗਰੋਸਰੀ ਸਟੋਰ ਵਿੱਚ ਵੀ ਕੁਝ ਇਸੇ ਤਰ੍ਹਾਂ ਵੱਡੀ ਗਿਣਤੀ ਲੋਕ ਆ ਰਹੇ ਨੇ। ਪਰ ਇਸ ਦੌਰਾਨ ਬਰਨਬੀ ਦੇ TNT ਸੁਪਰਮਾਰਕੀਟ ਦੇ ਵੱਲੋਂ ਖਾਸ ਫੈਸਲਾ ਲਿਆ ਗਿਆ ਜਿੱਥੇ ਕਿ ਅੱਜ ਤੋਂ ਸ਼ੁਰੂ ਕੀਤਾ ਗਿਆ ਕਿ TNT ਸੁਪਰਮਾਰਕੀਟ ਦੇ ਵਿੱਚ ਆਉਣ ਵਾਲੇ ਹਰ ਕਾਮੇ ਤੇ ਨਾਲ ਹੀ ਹਰ ਗ੍ਰਾਹਕ ਦਾ ਪਹਿਲਾਂ ਬੁਖਾਰ ਚੈੱਕ ਕੀਤਾ ਜਾਵੇਗਾ। ਇਸ ਤਰ੍ਹਾਂ ਨਾ ਸਿਰਫ ਉਹਨਾਂ ਦਾ ਬੁਖਾਰ ਚੈੱਕ ਕੀਤਾ ਜਾਵੇਗਾ ਸਗੋਂ ਇਹ ਵੀ ਦੇਖਿਆ ਜਾਵੇਗਾ ਕਿ ਉਹ ਬਿਮਾਰ ਨਾ ਹੋਣ ਜਾਂ ਉਹਨਾਂ ਨੂੰ ਜ਼ੁਕਾਮ ਜਾਂ ਖੰਘ ਨਾ ਹੋਵੇ ਤਾਂ ਕਿ ਕੋਵਿਡ-19 ਦੇ ਲੱਛਣ ਜੇਕਰ ਕਿਸੇ ਵੀ ਵਿਅਕਤੀ 'ਚ ਦਿਖਾਈ ਦੇਣ ਫਿਰ ਬੇਸ਼ੱਕ ਉਹ ਕੋਈ ਗ੍ਰਾਹਕ ਹੋਵੇ ਜਾਂ ਕਾਮਾ ਉਸ ਨੂੰ ਸਟੋਰ ਦੇ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ। ਇਸ ਤਰ੍ਹਾਂ ਵੱਖੋ-ਵੱਖਰੇ ਗਰੋਸਰੀ ਸਟੋਰਸ ਦੇ ਵੱਲੋਂ ਆਪਣੇ ਕਾਮਿਆਂ ਦੀ ਸੁਰੱਖਿਆ ਤੇ ਨਾਲ ਹੀ ਗ੍ਰਾਹਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਖੋ-ਵੱਖਰੇ ਫੈਸਲੇ ਲਏ ਜਾ ਰਹੇ ਨੇ। ਪਰ ਇਹ ਕੁਝ ਵੱਖਰੇ ਤਰ੍ਹਾਂ ਦਾ ਫੈਸਲਾ ਜੋ TNT ਸੁਪਰਮਾਰਕੀਟ ਦੇ ਵੱਲੋਂ ਲਿਆ ਗਿਆ ਬਰਨਬੀ ਦੇ ਵਿੱਚ ਉਹ ਸਾਹਮਣੇ ਆਇਆ ਹੈ ਜਿਸ ਦਰਮਿਆਨ ਸਕਰੀਨਿੰਗ ਕਰਕੇ ਹੀ ਗ੍ਰਾਹਕਾਂ ਨੂੰ ਸਟੋਰ ਦੇ ਅੰਦਰ ਜਾਣ ਦਿੱਤਾ ਜਾਵੇਗਾ। ਤੇ ਉਧਰ ਅਦਾਲਤਾਂ ਦੇ ਵੱਲੋਂ ਵੀ ਫੈਸਲੇ ਲਏ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਹੈ ਕਿ 1 ਮਹੀਨੇ ਵਾਸਤੇ ਆਪਣਾ ਕੰਮ ਉਹਨਾਂ ਨੇ ਹੋਰ ਮੁਅੱਤਲ ਕਰ ਦਿੱਤਾ ਕੋਵਿਡ-19 ਕਰਕੇ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਦੇਖਦੇ ਹੋਏ ਤੇ ਇਸੇ ਦੇ ਉੱਤੇ ਇਹ ਵੀ ਦੱਸਿਆ ਗਿਆ ਹੈ ਕਿ ਜੋ ਜ਼ਰੂਰੀ ਮਾਮਲੇ ਨੇ ਉਹਨਾਂ ਦੇ ਉੱਤੇ ਹੀ ਹੁਣ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਖਾਸ ਤੌਰ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਆਪਣੇ ਸਾਰੇ ਕੰਮਾਂ ਨੂੰ 1 ਮਹੀਨੇ ਵਾਸਤੇ ਹੋਰ ਅੱਗੇ ਮੁਅੱਤਲ ਕਰ ਦਿੱਤਾ ਹੈ। ਪਹਿਲਾਂ 1 ਮਈ ਤੱਕ ਆਪਣੇ ਕੰਮ ਜੋ ਸੁਣਵਾਈਆਂ ਨੇ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਮੁਅੱਤਲ ਕੀਤਾ ਗਿਆ ਸੀ ਤੇ ਹੁਣ 1 ਮਹੀਨਾ ਵਧਾ ਕੇ ਇਸ ਨੂੰ 29 ਮਈ ਤੱਕ ਕਰ ਦਿੱਤਾ ਗਿਆ। ਉਦੋਂ ਤੱਕ ਸਿਰਫ ਜਿਹੜੇ ਜ਼ਰੂਰੀ ਮਾਮਲੇ ਹੋਣਗੇ ਉਹਨਾਂ ਦੀ ਹੀ ਸੁਣਵਾਈ ਹੋਵੇਗੀ ਤੇ ਉਹਨਾਂ ਨੂੰ ਹੀ ਦੇਖਿਆ ਜਾਵੇਗਾ। ਉਸ ਤੋਂ ਇਲਾਵਾ ਹੋਰ ਸਾਰੇ ਮਾਮਲਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪਰ ਇਸ ਦੌਰਾਨ ਇਹ ਵੀ ਜ਼ਰੂਰ ਕਿਹਾ ਗਿਆ ਕਿ ਕੋਵਿਡ-19 ਟੈਲੀਫੋਨ ਕਾਨਫਰੰਸ ਰਾਹੀਂ ਸੁਣਵਾਈ ਹੋਵੇਗੀ। ਜਿਹੜੇ ਮਾਮਲੇ ਇਹਨਾਂ ਤਰੀਕਾਂ ਦੇ ਵਿੱਚ ਸਨ ਤੇ ਉਹ ਵਿਅਕਤੀ ਜਿਨ੍ਹਾਂ ਦੇ ਉਹ ਮਾਮਲੇ ਸੀ ਤੇ ਸਿਰਫ ਇੱਕ ਡਿਸਪਿਊਟ ਨੂੰ ਲੈ ਕੇ ਹੀ ਸੁਣਵਾਈ ਹੋਣੀ ਸੀ ਉਹਨਾਂ ਦੇ ਵੱਲੋਂ ਆਪਣਾ ਇੱਕ ਸਮਾਂ ਬੰਨਿਆ ਜਾ ਸਕਦਾ ਫੋਨ ਕਰਕੇ ਤੇ ਉਸ ਸਮੇਂ ਮੁਤਾਬਕ ਉਹਨਾਂ ਦੀ ਸੁਣਵਾਈ ਹੋ ਸਕਦੀ ਹੈ। ਪਰ ਇਸ ਵਾਸਤੇ ਸਮਾਂ ਸੀਮਾ ਸੀਮਤ ਹੋਵੇਗੀ। ਇਹ ਸੁਣਵਾਈ ਸਿਰਫ 1 ਘੰਟੇ ਲਈ ਹੀ ਹੋਵੇਗੀ ਤੇ ਇਸ ਵਿੱਚ ਇੱਕ ਵਿਵਾਦ ਹੀ ਲਿਆ ਜਾਵੇਗਾ। ਟਰਾਂਸਲਿੰਕ ਨੇ ਪਿਛਲੇ ਹਫਤੇ ਹੀ ਦੱਸ ਦਿੱਤਾ ਸੀ, ਟਰਾਂਸਲਿੰਕ ਦੇ CEO ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਸ ਸਮੇਂ ਜੋ ਉਹਨਾਂ ਨੂੰ ਘਾਟਾ ਪੈ ਰਿਹਾ ਹੈ ਉਸ ਦੇ ਚੱਲਦਿਆਂ ਅਗਲੇ ਕੁਝ ਸਮੇਂ 'ਚ ਫੈਸਲਾ ਲਿਆ ਜਾ ਸਕਦਾ ਜਿਸ ਦੇ ਵਿੱਚ ਸਰਵਿਸ ਨੂੰ ਹੋਰ ਜ਼ਿਆਦਾ ਘਟਾਇਆ ਜਾ ਸਕਦਾ ਹੈ। ਟਰਾਂਸਲਿੰਕ ਦੇ CEO ਕੇਵਿਨ ਡੈਸਮੰਡ ਨੇ ਪਿਛਲੇ ਹਫਤੇ ਹੀ ਇਹ ਜਾਣਕਾਰੀ ਦਿੱਤੀ ਸੀ ਕਿ ਟਰਾਂਸਲਿੰਕ ਨੂੰ ਵੱਡਾ ਘਾਟਾ ਪੈ ਰਿਹਾ ਹੈ ਤੇ ਇਸ ਦੌਰਾਨ ਇਸ ਦੇ ਉੱਤੇ ਹੁਣ ਵੱਡਾ ਫੈਸਲਾ ਲਿਆ ਜਾ ਚੁੱਕਿਆ ਹੈ। ਕੋਵਿਡ-19 ਦੇ ਕਰਕੇ ਜੋ ਹਾਲਾਤ ਬਣੇ ਨੇ ਇਸ ਦੌਰਾਨ ਹੁਣ ਟਰਾਂਸਲਿੰਕ ਦੇ ਵੱਲੋਂ 1500 ਦੇ ਕਰੀਬ ਕਾਮਿਆਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ। ਇਸ ਤਰ੍ਹਾਂ ਦੱਸਿਆ ਗਿਆ ਹੈ ਕਿ ਸਰਵਿਸ ਕਾਫੀ ਜ਼ਿਆਦਾ ਘਟਾਈ ਜਾ ਰਹੀ ਹੈ ਤੇ ਇਸ ਸ਼ੁੱਕਰਵਾਰ ਤੋਂ ਟਰਾਂਸਲਿੰਕ ਵੱਲੋਂ ਆਪਣੀ ਸਰਵਿਸ ਕਾਫੀ ਜ਼ਿਆਦਾ ਘਟਾ ਦਿੱਤੀ ਜਾਵੇਗੀ। ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਨਾ ਸਿਰਫ ਬੱਸਾਂ ਦੀ ਸਗੋਂ ਸਕਾਈ ਟ੍ਰੇਨ ਤੇ ਹੋਰ ਸਰਵਿਸ ਜਿਹੜੀ ਟਰਾਂਸਲਿੰਕ ਦੇ ਵੱਲੋਂ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਕਮੀ ਆ ਜਾਵੇਗੀ। ਜਾਣਕਾਰੀ ਦਿੱਤੀ ਗਈ ਕਿ ਜਦੋਂ ਤੋਂ ਕੋਵਿਡ-19 ਦੇ ਕਾਰਨ ਜੋ ਹਾਲਾਤ ਬਣੇ ਨੇ ਉਦੋਂ ਤੋਂ ਹੁਣ ਤੱਕ ਟਰਾਂਸਲਿੰਕ ਨੂੰ ਜੋ ਹਰ ਮਹੀਨੇ ਦੇ ਪੱਧਰ ਦੇ ਉੱਤੇ ਵੀ ਘਾਟਾ ਪੈ ਰਿਹਾ ਹੈ, $75 ਮਿਲੀਅਨ ਦਾ ਘਾਟਾ ਪੈ ਚੁੱਕਿਆ ਹੈ ਤੇ ਇਸ ਵਿੱਚ ਇਹ ਕਿਹਾ ਗਿਆ ਹੈ ਕਿ ਸਿਰਫ ਇਹੀ ਨਹੀਂ ਸਗੋਂ ਆਉਂਦੇ ਮਹੀਨੇ ਮਈ ਦੇ ਵਿੱਚ ਸਰਵਿਸ ਹੋਰ ਜ਼ਿਆਦਾ ਘੱਟ ਹੋ ਸਕਦੀ ਹੈ ਜੋ ਕਿ ਹਾਲਾਤ ਦੇ ਉੱਤੇ ਵੀ ਨਿਰਭਰ ਕਰੇਗਾ ਤੇ ਇਹ ਵੀ ਕਿਹਾ ਗਿਆ ਹੈ ਕਿ ਮੁੜ ਤੋਂ ਸਰਵਿਸ ਆਪਣੀ ਲੀਹ ਦੇ ਉੱਤੇ ਸਤੰਬਰ ਮਹੀਨੇ ਤੱਕ ਆ ਸਕਦੀ ਹੈ ਕਿਉਂਕਿ ਸੂਬਾ ਸਰਕਾਰ ਵੱਲੋਂ ਸਤੰਬਰ ਮਹੀਨੇ ਤੱਕ ਟਰਾਂਸਲਿੰਕ ਨੂੰ ਮਦਦ ਦਾ ਵਾਅਦਾ ਕੀਤਾ ਗਿਆ ਹੈ।
ਇਸ ਦਾ ਜ਼ਿਕਰ CEO ਦੇ ਵੱਲੋਂ ਕੀਤਾ ਗਿਆ ਟਰਾਂਸਲਿੰਕ ਦੇ ਵੱਲੋਂ। ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਿਹਾ ਗਿਆ ਸੀ ਕਿ ਜੋ ਯਾਤਰੀਆਂ ਦੀ ਗਿਣਤੀ ਹੈ ਉਹ ਕਾਫੀ ਜ਼ਿਆਦਾ ਘਟਣ ਨਾਲ ਹੀ ਨਹੀਂ ਸਗੋਂ ਜੋ ਇਸ ਸਮੇਂ ਕਿਰਾਇਆ ਵੀ ਨਹੀਂ ਲਿਆ ਜਾ ਰਿਹਾ, ਤਾਂ ਕਰਕੇ ਸਰਵਿਸ ਵੀ ਪਹਿਲਾਂ ਨਾਲੋਂ ਘੱਟ ਹੈ। ਤੇ ਇੱਥੇ ਵੀ ਕਿਹਾ ਜਾ ਰਿਹਾ ਹੈ ਕਿ ਜਿੰਨੇ ਵੀ ਯਾਤਰੀ ਸਫ਼ਰ ਕਰ ਰਹੇ ਨੇ ਪਬਲਿਕ ਟਰਾਂਸਪੋਰਟ ਦੇ ਉੱਤੇ, ਜੇਕਰ ਲੋੜ ਨਹੀਂ ਹੈ ਤਾਂ ਉਹ ਬਿਲਕੁਲ ਵੀ ਸਫ਼ਰ ਨਾ ਕਰਨ, ਜਿੰਨੇ ਜ਼ਿਆਦਾ ਘੱਟ ਹੋ ਸਕਦਾ ਹੈ ਉਹ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ। ਇਹ ਖਾਸ ਤੌਰ ਦੇ ਉੱਤੇ ਕਿਹਾ ਗਿਆ ਹੈ। ਇਹ ਸੁਰੱਖਿਆ ਨੂੰ ਲੈ ਕੇ ਵੀ ਹੈ ਤੇ ਨਾਲ ਹੀ ਇਸ ਦੇ ਨਾਲ ਹੀ ਸਰਵਿਸ ਹੈ ਜੋ ਉਹ ਵੀ ਹੁਣ ਕਾਫੀ ਜ਼ਿਆਦਾ ਘੱਟ ਹੋ ਰਹੀ ਹੈ, ਤਾਂ ਕਰਕੇ ਜੋ ਬੱਸਾਂ ਦੀ ਜਾਂ ਹੋਰ ਜੋ ਸਹੂਲਤ ਹੈ ਉਸ ਦੀ ਗਿਣਤੀ ਵੀ ਘੱਟ ਜਾਵੇਗੀ। ਜੋ ਸਮੇਂ ਦੇ ਉੱਤੇ ਜਿਹੜੇ ਸਮੇਂ ਦੇ ਉੱਤੇ ਬੱਸਾਂ ਜਿਹੜੀ ਪਬਲਿਕ ਸਰਵਿਸ ਹੈ ਪਰ ਟਰਾਂਸਪੋਰਟ ਸਰਵਿਸ ਹੈ ਆਉਂਦੀ ਸੀ ਉਹ ਨਹੀਂ ਆਵੇਗੀ, ਤਾਂ ਜ਼ਿਆਦਾ ਸਮੇਂ ਦੇ ਗੈਪ ਤੋਂ ਬਾਅਦ ਜਦੋਂ ਇਹ ਸਰਵਿਸ ਚੱਲੇਗੀ ਤਾਂ ਇਸ ਦੌਰਾਨ ਇਹ ਵੀ ਪਾਇਆ ਜਾ ਸਕਦਾ ਹੈ ਕਿ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੋਵੇ, ਪਰ ਕੁਝ ਕੁ ਗਿਣਤੀ ਹੀ ਬੱਸਾਂ ਦੇ ਵਿੱਚ ਚੜਾਉਣ ਦੀ ਜੋ ਇਜਾਜ਼ਤ ਹੈ ਕੋਵਿਡ-19 ਦੇ ਕਰਕੇ ਹਦਾਇਤਾਂ ਲਾਈਆਂ ਗਈਆਂ ਨੇ। ਇਸ ਦੇ ਕਰਕੇ ਯਾਤਰੀਆਂ ਨੂੰ ਖੁਦ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਹਰ ਯਾਤਰੀ ਦੇ ਦਰਮਿਆਨ ਇੱਕ ਫਾਸਲਾ ਹੋਣਾ ਜ਼ਰੂਰੀ ਹੈ ਤੇ ਉਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੀ ਗਿਣਤੀ ਯਾਤਰੀਆਂ ਨੂੰ ਬੱਸਾਂ ਦੇ ਵਿੱਚ ਨਹੀਂ ਚੜਾਇਆ ਜਾ ਰਿਹਾ ਤੇ ਕਿਰਾਇਆ ਵੀ ਹੈ ਜੋ ਨਹੀਂ ਲਿਆ ਜਾ ਰਿਹਾ। ਤੇ ਇਹ ਵੱਡੇ ਕਾਰਨ ਨੇ ਜੋ ਕੋਵਿਡ-19 ਦੇ ਕਰਕੇ ਹਾਲਾਤ ਬਣੇ ਨੇ। ਟਰਾਂਸਲਿੰਕ ਨੂੰ ਬਹੁਤ ਜ਼ਿਆਦਾ ਘਾਟਾ ਇਸ ਦੇ ਕਰਕੇ ਪਿਆ ਤੇ ਪਿਛਲੇ ਹਫਤੇ ਵੀ ਜਦੋਂ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਤਾਂ ਕਿਹਾ ਗਿਆ ਸੀ ਕਿ ਆਉਂਦੇ ਸਮੇਂ ਵਿੱਚ ਵੀ ਤੱਕ ਜੇਕਰ ਇਹੋ ਹਾਲਾਤ ਬਣੇ ਰਹੇ, ਸਰਕਾਰ ਦੇ ਵੱਲੋਂ ਕੋਈ ਵਿੱਤੀ ਮਦਦ ਨਾ ਕੀਤੀ ਗਈ ਤਾਂ ਟਰਾਂਸਲਿੰਕ ਦੇ ਵੱਲੋਂ ਆਪਣੀ ਸਰਵਿਸ ਨੂੰ ਘੱਟ ਕਰਨ ਤੇ ਨਾਲ ਹੀ ਕਾਮਿਆਂ ਦੀਆਂ ਨੌਕਰੀਆਂ ਜਾਣ ਸੰਬੰਧੀ ਵੀ ਚੇਤਾਵਨੀ ਦੇ ਦਿੱਤੀ ਗਈ ਸੀ ਤੇ ਇਸ ਦੇ ਉੱਤੇ ਹੁਣ ਫੈਸਲਾ ਲੈ ਲਿਆ ਗਿਆ ਹੈ। ਤੇ ਇਸ ਦੌਰਾਨ 1500 ਦੇ ਕਰੀਬ ਕਾਮਿਆਂ ਦਾ ਕੰਮ ਚੱਲਿਆ ਗਿਆ ਹੈ ਤੇ ਇਸ ਦੇ ਉੱਤੇ ਇਹ ਵੀ ਹੈ ਕਿ ਉਹਨਾਂ ਨੂੰ ਹੁਣ ਜੋ ਵਿੱਤੀ ਮਦਦ ਹੈ ਉਹ ਸਰਕਾਰ ਵੱਲੋਂ ਦਿੱਤੀ ਜਾ ਸਕਦੀ ਹੈ, ਕਿਉਂਕਿ ਜਿਨ੍ਹਾਂ ਦਾ ਕੋਵਿਡ-19 ਦੇ ਕਰਕੇ ਕੰਮ ਜਾਂਦਾ ਹੈ ਉਹਨਾਂ ਨੂੰ ਘਰ ਬਹਿਣਾ ਪੈਂਦਾ ਹੈ, ਤਾਂ ਉਹ ਆਪਣੇ ਆਪ ਫੈਡਰਲ ਸਰਕਾਰ ਵੱਲੋਂ ਦਿੱਤੀ ਜਾ ਰਹੀ ਤੇ ਸੂਬਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਵਿੱਤੀ ਮਦਦ ਦੇ ਲਈ ਵੀ ਐਲੀਜੀਬਲ ਹੋ ਜਾਂਦੇ ਨੇ ਤੇ ਉਹਨਾਂ ਵੱਲੋਂ ਵਿੱਤੀ ਮਦਦ ਉਹਨਾਂ ਨੂੰ ਮਿਲ ਜਾਵੇਗੀ। ਪਰ ਕਾਮੇ ਕਾਫੀ ਜ਼ਿਆਦਾ ਪ੍ਰਭਾਵਿਤ ਇਸ ਨਾਲ ਹੋਏ ਨੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ, ਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਜੋ ਸਵਾਲ ਸੀ ਉਹ ਵੀ ਉੱਠ ਰਹੇ ਸਨ ਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੱਖੋ ਵੱਖਰੀਆਂ ਹਦਾਇਤਾਂ ਵੀ ਲਾਈਆਂ ਜਾ ਰਹੀਆਂ ਸਨ, ਪਰ ਉਹ ਅਸਰਦਾਰ ਹੁੰਦੀਆਂ ਉਦੋਂ ਦਿਖਾਈ ਨਹੀਂ ਦਿੱਤੀਆਂ ਜਦੋਂ ਕਈ ਬੱਸ ਡਰਾਈਵਰਸ ਦੇ ਵੀ ਕੋਵਿਡ-19 ਦੇ ਪੀੜਤ ਹੋਣ ਤੋਂ ਮਾਮਲੇ ਆਉਣੇ ਸ਼ੁਰੂ ਹੋਏ। ਤੇ ਇਸ ਦੇ ਉੱਤੇ ਹੁਣ ਤੱਕ ਜਾਣਕਾਰੀ ਇਹੋ ਹੈ ਕਿ ਸ਼ੁੱਕਰਵਾਰ ਤੋਂ ਟਰਾਂਸਲਿੰਕ ਦੀ ਸਰਵਿਸ ਬਹੁਤ ਜ਼ਿਆਦਾ ਘੱਟ ਜਾਵੇਗੀ ਤੇ ਇਸ ਦੇ ਉੱਤੇ ਜੇਕਰ ਕੋਈ ਹੋਰ ਅਪਡੇਟ ਆਉਂਦਾ ਤੁਹਾਨੂੰ ਦਿਖਾਵਾਂਗੇ। ਬੱਸ ਸਰਵਿਸ ਨੂੰ ਸਤੰਬਰ ਵਿੱਚ ਮੁੜ ਤੋਂ ਜਿਉਂਦਾ ਤਿਉਂ ਕਰਨ ਵਾਸਤੇ ਕੀ ਫੈਸਲਾ ਲਿਆ ਜਾਂਦਾ ਹੈ, ਇਸ ਸੰਬੰਧੀ MLA ਰਵੀ ਕਾਲੋਂ ਦੇ ਵੱਲੋਂ ਕੀ ਕਿਹਾ ਗਿਆ ਹੈ ਉਹ ਤੁਹਾਨੂੰ ਸੁਣਾਵਾਂਗੇ। ਤੁਸੀਂ TV ਪੰਜਾਬ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਉਹਨਾਂ ਦੇ ਨਾਲ ਖਾਸ ਇੰਟਰਵਿਊ ਦੇਖ ਸਕਦੇ ਹੋ। ਇਸ ਤਰ੍ਹਾਂ ਲਈ ਹੁਣ ਰੁੱਖ ਅਗਲੀ ਖਬਰ ਦੇ ਵੱਲ ਕਰ ਲੈਂਦੇ ਹਾਂ। ਨੋਵਾ ਸਕੋਸ਼ੀਆ ਦੇ ਵਿੱਚ ਜੋ ਗੋਲੀਆਂ ਚੱਲੀਆਂ ਸਨ, ਸ਼ਨੀਵਾਰ ਦੇਰ ਰਾਤ ਤੋਂ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆਏ ਤੇ ਐਤਵਾਰ ਸ਼ਾਮ ਤੱਕ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ 16 ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਨੋਵਾ ਸਕੋਸ਼ੀਆ ਵਿੱਚ ਗੋਲੀਆਂ ਚੱਲਣ ਦੇ ਮਾਮਲੇ ਕਰਕੇ ਹੁਣ ਤੱਕ ਮੌਤਾਂ ਦੀ ਗਿਣਤੀ 19 ਤੱਕ ਪਹੁੰਚ ਚੁੱਕੀ ਹੈ। ਕੱਲ੍ਹ ਸ਼ਾਮ ਤੱਕ ਇਹ ਗਿਣਤੀ 17 ਸੀ ਤੇ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਮੌਤਾਂ ਦੀ ਗਿਣਤੀ ਹੋਰ ਵੱਧ ਵੀ ਸਕਦੀ ਹੈ, ਪਰ ਇਸ ਦੌਰਾਨ ਇਹ ਨਹੀਂ ਦੱਸਿਆ ਗਿਆ ਕਿ ਹਸਪਤਾਲਾਂ ਵਿੱਚ ਗੋਲੀਆਂ ਚੱਲਣ ਕਰਕੇ ਕਿੰਨੇ ਜ਼ਖਮੀ ਵਿਅਕਤੀ ਭਰਤੀ ਕਰਵਾਏ ਗਏ ਨੇ ਤੇ ਇਸ ਦੌਰਾਨ ਇਹ ਵੀ ਨਹੀਂ ਦੱਸਿਆ ਗਿਆ ਕਿ ਆਖਿਰ ਹੋਇਆ ਕੀ ਸੀ ਕਿ ਇੱਕ ਵਿਅਕਤੀ ਦੇ ਵੱਲੋਂ ਇੰਨੀਆਂ ਜ਼ਿਆਦਾ ਗੋਲੀਆਂ ਚਲਾਈਆਂ ਗਈਆਂ, ਕਿਉਂਕਿ 16 ਵੱਖਰੀਆਂ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਗੋਲੀਆਂ ਚਲਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਇੱਕ ਵਿਅਕਤੀ ਦੇ ਵੱਲੋਂ। ਐਤਵਾਰ ਨੂੰ ਨੋਵਾ ਸਕੋਸ਼ੀਆ RCMP ਨੇ ਜਦੋਂ ਇਹ ਮਾਮਲਾ ਚੱਲ ਰਿਹਾ ਸੀ ਉਸੇ ਦੌਰਾਨ ਇੱਕ ਵਿਅਕਤੀ ਦੀ ਤਸਵੀਰ ਵੀ ਸਾਂਝੀ ਕੀਤੀ ਸੀ ਜਿਸ ਦੇ 51 ਸਾਲਾ ਗੈਬਰੀਅਲ ਵਾਟਮੈਨ ਹੋਣ ਦਾ ਦਾਅਵਾ ਕੀਤਾ ਗਿਆ। ਉਸ ਨੂੰ ਸ਼ੱਕੀ ਵਿਅਕਤੀ ਦੱਸਦੇ ਹੋਏ ਨਾਲ ਹੀ ਪੁਲਿਸ ਨੇ ਕਿਹਾ ਸੀ ਕਿ ਉਸ ਨੂੰ ਦੇਖਦੇ ਸਾਰ 911 ਕੀਤੀ ਜਾਵੇ, ਜੋ ਇੱਕ ਗੋਰਾ ਵਿਅਕਤੀ ਹੈ ਤੇ ਇਸ ਦੌਰਾਨ ਉਹ RCMP ਦੀ ਵਰਦੀ ਤੇ RCMP ਦੀ ਕਾਰ ਦੇ ਵਿੱਚ ਸੀ। ਇਸ ਦੀ ਤਸਵੀਰ ਵੀ ਜੋ ਕਾਰ ਦੀ ਸੀ ਉਹ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਤੇ ਇਸ ਦੌਰਾਨ ਗੋਲੀਆਂ ਚੱਲਣ ਦੇ ਮਾਮਲੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਸ਼ੱਕੀ ਵਿਅਕਤੀ ਜਿਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਮੰਨੀਆਂ ਜਾ ਰਹੀਆਂ ਨੇ ਉਹ ਵੀ ਮਾਰਿਆ ਗਿਆ ਹੈ। ਪਰ ਇਸ ਦੌਰਾਨ ਜੋ 19 ਮੌਤਾਂ ਹੋਈਆਂ ਨੇ ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਵਿੱਚ ਜਿੰਨੇ ਵੀ ਮ੍ਰਿਤਕ ਨੇ ਉਹ ਸਾਰੇ ਐਡਲਟ ਨੇ ਤੇ ਜਿਨ੍ਹਾਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ ਜੋ ਕਿ 23 ਸਾਲ ਤੋਂ ਪੁਲਿਸ ਦੇ ਵਿੱਚ ਸੇਵਾ ਨਿਭਾ ਰਹੀ ਸੀ। ਇਸ ਪੁਲਿਸ ਅਧਿਕਾਰੀ ਦੇ 2 ਬੱਚੇ ਵੀ ਨੇ ਤੇ ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ ਤੇ ਨਾਲ ਹੀ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਅਸੀਂ ਸੁਣਾਵਾਂਗੇ। ਪਰ ਇੱਥੇ ਦੱਸ ਦਈਏ ਕਿ ਹਜੇ ਤੱਕ ਪੁਲਿਸ ਦੇ ਵੱਲੋਂ ਇਹ ਸਾਫ਼ ਨਹੀਂ ਕੀਤਾ ਗਿਆ ਕਿ ਆਖਿਰ ਵਿਅਕਤੀ ਵੱਲੋਂ ਕਿਉਂ ਗੋਲੀਆਂ ਚਲਾਈਆਂ ਗਈਆਂ ਤੇ ਕਿਵੇਂ ਇਹ ਗੋਲੀਆਂ ਚਲਾਈਆਂ ਗਈਆਂ। ਸ਼ਨੀਵਾਰ ਦੇਰ ਰਾਤ ਤੋਂ ਪੁਲਿਸ ਕੋਲ ਕਈ ਫੋਨ ਆਉਣੇ 911 ਤੇ ਸ਼ੁਰੂ ਹੋ ਗਏ ਸਨ, ਜਿਸ ਤੋਂ ਬਾਅਦ ਵੱਖੋ ਵੱਖਰੀਆਂ ਥਾਵਾਂ ਤੋਂ ਇਹਨਾਂ ਮਾਮਲਿਆਂ ਦੇ ਵਾਪਰਨ ਦੇ ਗੋਲੀਆਂ ਚੱਲਣ ਦੇ ਮਾਮਲੇ ਨੇ ਜੋ ਸਾਹਮਣੇ ਆਏ।
ਲੈਂਗਲੀ ਵਿੱਚ ਅੱਜ ਇੱਕ ਟਰੱਕ ਤੇ ਰੇਲ ਗੱਡੀ ਦੀ ਟੱਕਰ ਹੋ ਗਈ, ਜਿਸ ਦੇ ਵਿੱਚ ਦਰਅਸਲ ਟਰੱਕ ਰੇਲ ਦੀ ਪਟੜੀ ਨੂੰ ਪਾਰ ਕਰਨ ਲੱਗਿਆ ਸੀ ਤਾਂ ਇਸ ਦੌਰਾਨ ਬੈਰੀਅਰ ਆ ਕੇ ਟਰੱਕ ਦੇ ਉੱਤੇ ਰੁਕ ਗਏ, ਜਿਸ ਤੋਂ ਬਾਅਦ ਟਰੱਕ ਗੱਬੇ ਹੀ ਫਸ ਗਿਆ, ਜਿਸ ਤੋਂ ਬਾਅਦ ਉਸ ਨੂੰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਇਸ ਦੌਰਾਨ ਇੱਕ ਵੀਡੀਓ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ, ਜਿਸ ਦੇ ਵਿੱਚ ਟਰੱਕ ਡਰਾਈਵਰ ਦਰਵਾਜ਼ੇ ਨੂੰ ਖੋਲ੍ਹ ਕੇ ਬਾਹਰ ਆਉਣ ਦੀ ਕੋਸ਼ਿਸ਼ ਵੀ ਕਰਦਾ ਹੈ, ਪਰ ਇਸ ਦੌਰਾਨ ਜਿਵੇਂ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਹੁੰਦਾ ਤੇ ਜਦੋਂ ਉਹ ਹਜੇ ਦਰਵਾਜ਼ੇ ਦੇ ਵਿੱਚ ਖੜਾ ਹੀ ਸੀ, ਉੱਧਰੋਂ ਰੇਲ ਗੱਡੀ ਆਈ ਤੇ ਟਰੱਕ ਦੇ ਨਾਲ ਟਕਰਾ ਗਈ ਤੇ ਟਰੱਕ ਦੇ ਪਰਖੱਚੇ ਉੱਡ ਗਏ। ਤੁਸੀਂ ਇਸ ਵੀਡੀਓ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਨੁਕਸਾਨ ਟਰੱਕ ਦਾ ਹੋਇਆ ਤੇ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਯਾਨੀ ਕਿ ਅਪ੍ਰੈਲ 20, 2020 ਦੀ ਇਹ ਸਵੇਰੇ 11 ਵਜੇ ਦੀ ਘਟਨਾ ਹੈ। ਲੈਂਗਲੀ ਦੇ ਵਿੱਚ 98A ਐਵੇਨਿਊ ਟੈਲੀਗ੍ਰਾਫ ਟ੍ਰੇਲ ਤੇ ਇਹ ਵਾਪਰਿਆ, ਜਿਸ ਦੇ ਬਾਰੇ BC ਐਮਰਜੈਂਸੀ ਹੈਲਥ ਸਰਵਿਸਿਜ਼ ਨੇ ਜਾਣਕਾਰੀ ਦਿੱਤੀ ਹੈ ਕਿ ਡਰਾਈਵਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਉਸਦੇ ਕੁਝ ਸੱਟਾਂ ਹੀ ਲੱਗੀਆਂ ਨੇ ਤੇ ਉਹ ਬਿਲਕੁਲ ਠੀਕ ਹੈ। CN ਰੇਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਟੱਕਰ ਹੋਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਾਅਦ ਵਿੱਚ ਰੇਲ ਗੱਡੀ ਨੂੰ ਵੀ ਅੱਗੇ ਰੋਕ ਲਿਆ ਗਿਆ ਸੀ, ਰੇਲ ਗੱਡੀ ਉੱਥੇ ਰੁਕੀ ਰਹੀ, ਜਿਸ ਕਰਕੇ ਟ੍ਰੈਫਿਕ ਵੀ ਕਾਫੀ ਦੇਰ ਪ੍ਰਭਾਵਿਤ ਰਿਹਾ। ਲੈਂਗਲੀ RCMP ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਟਰੱਕ ਡਰਾਈਵਰ ਦਾ ਇਸ ਵਿੱਚ ਕੋਈ ਕਸੂਰ ਨਹੀਂ ਜਾਪ ਰਿਹਾ ਕਿ ਵਿੱਚ ਹੀ ਬੈਰੀਅਰ ਬੰਦ ਹੋ ਗਏ ਸਨ, ਜਿਸ ਕਰਕੇ ਟਰੱਕ ਨੂੰ ਅੱਗੇ ਲੰਘਣ ਦਾ ਮੌਕਾ ਨਹੀਂ ਮਿਲਿਆ। ਇਸ ਦੌਰਾਨ ਇਹ ਬਚਾ ਰਿਹਾ ਕਿ ਟਰੱਕ ਡਰਾਈਵਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅਗਲੀ ਖਬਰ ਐਡਮੰਟਨ ਤੋਂ ਹੈ। ਐਡਮੰਟਨ ਦੇ ਵਿੱਚ ਅੱਜ ਸਵੇਰੇ ਹੀ ਵੱਖੋ ਵੱਖਰੀਆਂ 2 ਥਾਵਾਂ ਦੇ ਉੱਤੇ ਘਰਾਂ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ। ਐਡਮੰਟਨ ਵਿੱਚ ਅੱਜ ਸਵੇਰੇ ਹੀ 2 ਥਾਵਾਂ ਦੇ ਉੱਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ। ਦੋਵੇਂ ਥਾਵਾਂ ਦੇ ਉੱਤੇ ਵੱਖੋ ਵੱਖਰੇ ਘਰ ਸਨ ਜਿਨ੍ਹਾਂ ਨੂੰ ਅੱਗ ਲੱਗੀ। ਇਸ ਦੌਰਾਨ ਸਭ ਤੋਂ ਪਹਿਲਾਂ ਅੱਧੇ ਘੰਟੇ ਦੇ ਦਰਮਿਆਨ ਹੀ ਜੋ ਇਹ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਸੀ ਤੇ ਸਭ ਤੋਂ ਪਹਿਲਾਂ ਜੋ ਅੱਜ ਸਵੇਰੇ ਮਾਮਲਾ ਸਾਹਮਣੇ ਆਇਆ ਉਹ 6:40 ਦੇ ਉੱਤੇ ਫਾਇਰ ਰੈਸਕਿਊ ਟੀਮ ਨੂੰ ਬੁਲਾਇਆ ਗਿਆ, ਜਦੋਂ ਸ਼ਿਕਾਇਤ ਕੀਤੀ ਗਈ ਕਿ ਇੱਕ ਘਰ ਦੇ ਵਿੱਚੋਂ ਕਾਲਾ ਧੂੰਆਂ ਨਿਕਲ ਰਿਹਾ ਹੈ। ਤੇ ਇਸ ਦੌਰਾਨ ਜਦੋਂ ਅਧਿਕਾਰੀ ਉੱਥੇ ਪਹੁੰਚੇ, ਫਾਇਰ ਕ੍ਰਿਊ ਨੇ ਜਦੋਂ ਘਰ 'ਚ ਦੇਖਿਆ ਤਾਂ ਉਹਨਾਂ ਨੂੰ ਉੱਥੇ ਇੱਕ ਵਿਅਕਤੀ ਦੀ ਲਾਸ਼ ਵੀ ਮਿਲੀ ਤੇ ਉਸ ਵਿਅਕਤੀ ਦੀ ਪਛਾਣ ਤਾਂ ਨਹੀਂ ਦੱਸੀ ਗਈ ਹੈ, ਪਰ ਸ਼ੁਰੂਆਤੀ ਜਾਂਚ ਵਿੱਚ ਇਹ ਜ਼ਰੂਰ ਕਿਹਾ ਗਿਆ ਹੈ ਕਿ ਮੌਤ ਦਾ ਕਾਰਨ ਕੋਈ ਕ੍ਰਾਈਮ ਨਹੀਂ ਲੱਗ ਰਿਹਾ। ਪਰ ਇਸ ਦੌਰਾਨ ਇਹ ਜਾਣਕਾਰੀ ਜ਼ਰੂਰ ਦਿੱਤੀ ਗਈ ਹੈ ਕਿ ਉਹਨਾਂ ਨੂੰ 183 ਸਟਰੀਟ ਤੇ 77 ਐਵੇਨਿਊ ਦੇ ਉੱਤੇ ਇੱਕ ਘਰ ਦੇ ਵਿੱਚੋਂ ਲਾਸ਼ ਮਿਲੀ ਹੈ, ਜਿੱਥੇ ਕਿ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੂੰ 38 ਸਟਰੀਟ ਤੇ 39 ਐਵੇਨਿਊ ਦੇ ਉੱਤੇ ਟਾਊਨ ਹਾਊਸ ਕੰਪਲੈਕਸ ਦੇ ਵਿੱਚ ਬੁਲਾਇਆ ਗਿਆ, ਜਿੱਥੇ ਕਿ ਸਵੇਰੇ 7 ਵਜੇ ਉਹਨਾਂ ਨੂੰ ਖਬਰ ਦਿੱਤੀ ਗਈ, ਪਰ 1 ਘੰਟੇ ਦੇ ਦਰਮਿਆਨ ਇਸ ਅੱਗ ਦੇ ਉੱਤੇ ਕਾਬੂ ਤਾਂ ਪਾ ਲਿਆ ਗਿਆ, ਪਰ ਇਸ ਦੇ ਕਰਕੇ 4 ਟਾਊਨ ਹਾਊਸ ਯੂਨਿਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਇਸ ਦੌਰਾਨ 2 ਯੂਨਿਟ ਪੂਰੀ ਤਰ੍ਹਾਂ ਅੱਗ ਦੇ ਵਿੱਚ ਸੜ ਗਏ ਤੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪਾਣੀ ਦੇ ਬੁਛਾੜਾਂ ਕਰਕੇ ਆਲੇ ਦੁਆਲੇ ਮੌਜੂਦ ਟਾਊਨ ਹਾਊਸਿਸ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅੱਗ ਲੱਗਣ ਦੇ ਪਹਿਲੇ ਮਾਮਲੇ ਵਿੱਚ ਅਧਿਕਾਰੀਆਂ ਨੂੰ ਇੱਕ ਲਾਸ਼ ਮਿਲੀ ਤਾਂ ਦੂਜੇ ਮਾਮਲੇ ਵਿੱਚ ਇੱਕ ਪਰਿਵਾਰ ਦੇ ਸਿਰੋਂ ਛੱਤ ਚਲੀ ਗਈ ਤੇ ਉਹਨਾਂ ਨੂੰ ਘਰ ਤੋਂ ਬਾਹਰ ਰਹਿਣਾ ਪਿਆ, ਜਿਸ ਤੋਂ ਬਾਅਦ ਉਹਨਾਂ ਦੇ ਲਈ ਜੋ ਹੋਰ ਵਸੀਲਾ ਹੈ ਰਹਿਣ ਦਾ ਉਹ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਪਾਸੇ ਜਿੱਥੇ ਐਮਰਜੈਂਸੀ ਦਾ ਸਮਾਂ ਹੈ, COVID-19 ਦੇ ਕਰਕੇ ਜੋ ਰਹਿਣ ਵਾਲੀਆਂ ਥਾਵਾਂ ਨੇ ਉਹਨਾਂ ਦੀ ਵੀ ਕਮੀ ਪਾਈ ਜਾ ਰਹੀ ਹੈ। ਇਸ ਦੌਰਾਨ ਅਜਿਹੇ ਜੋ ਮਾਮਲੇ ਸਾਹਮਣੇ ਆ ਰਹੇ ਨੇ ਅੱਗ ਕਾਰਨ ਪਰਿਵਾਰਾਂ ਦੇ ਲਈ ਹੋਰ ਰਹਿਣ ਦੀਆਂ ਥਾਵਾਂ ਦਾ ਹੀਲਾ ਕੀਤਾ ਜਾ ਰਿਹਾ ਹੈ। ਉਹ ਚੁਣੌਤੀ ਭਰਿਆ ਵੀ ਹੈ ਕਿਉਂਕਿ ਜੋ ਵੱਖੋ ਵੱਖਰੀਆਂ ਹਦਾਇਤਾਂ COVID-19 ਦੇ ਕਰਕੇ ਲਈਆਂ ਗਈਆਂ ਨੇ, ਇਸ ਦੌਰਾਨ ਕਾਫੀ ਗੱਲਾਂ ਦਾ ਧਿਆਨ ਵੀ ਰੱਖਿਆ ਜਾਣਾ ਹੈ ਤੇ ਪਰਿਵਾਰ ਦੀ ਸੁਰੱਖਿਆ ਵੀ ਇੱਥੇ ਬਹੁਤ ਜ਼ਿਆਦਾ ਮਹੱਤਤਾ ਰੱਖਦੀ ਹੈ ਤੇ ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਵੀ ਜੇਕਰ ਰਹਿਣਾ ਪਵੇ ਤਾਂ ਉਹ ਕਿਵੇਂ ਰੱਖਿਆ ਜਾਵੇ, ਵੀ ਇੱਕ ਵੱਡੀ ਚੁਣੌਤੀ ਹੈ। ਇਸ ਦੌਰਾਨ ਫਾਇਰ ਰੈਸਕਿਊ ਟੀਮ ਨੇ ਜਦੋਂ ਜਾਣਕਾਰੀ ਦਿੱਤੀ ਤਾਂ ਇਹ ਵੀ ਦੱਸਿਆ ਕਿ ਜਦੋਂ ਪਹਿਲੇ ਜਿਹੜੇ ਘਰ 'ਚੋਂ ਕਾਲਾ ਧੂੰਆਂ ਨਿਕਲ ਰਿਹਾ ਸੀ, ਜਿੱਥੋਂ ਲਾਸ਼ ਵੀ ਮਿਲੀ ਹੈ, ਉੱਥੇ ਅਧਿਕਾਰੀਆਂ ਦਾ ਉੱਥੇ ਜੋ ਫਾਇਰ ਰੈਸਕਿਊ ਟੀਮ ਸੀ, ਉਸ ਟੀਮ ਦਾ ਅੰਦਰ ਜਾਣਾ ਘਰ ਦੇ ਕਾਫੀ ਜ਼ਿਆਦਾ ਚੁਣੌਤੀ ਭਰਿਆ ਸੀ ਕਿਉਂਕਿ ਘਰ ਪੂਰੀ ਤਰ੍ਹਾਂ ਕਾਲੇ ਧੂਏ ਦੇ ਵਿੱਚ ਲਪੇਟ ਸੀ ਤੇ ਅੱਗ ਦੇ ਦੋਹੇ ਮਾਮਲਿਆਂ ਦੇ ਵਿੱਚ ਹਜੇ ਤੱਕ ਕਾਰਨ ਤਾਂ ਨਹੀਂ ਦੱਸੇ ਗਏ, ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਦੱਸਿਆ ਜਾ ਸਕਦਾ ਹੈ ਕਿ ਆਖਿਰ ਦੋਵੇਂ ਥਾਵਾਂ ਦੇ ਉੱਤੇ ਕਿ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਅੱਗ ਲੱਗਣ ਦੇ ਕਾਰਨ ਕੀ ਰਹੇ ਨੇ। ਇਸ ਨਾਲ ਹੀ ਹੁਣ ਅੰਤ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਕਿ ਕੈਨੇਡਾ ਭਰ ਵਿੱਚ ਇਸ ਮੌਕੇ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਰੋਨਾ ਵਾਇਰਸ ਦੇ ਤੇ ਇਸ ਦੇ ਨਾਲ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ। ਕੈਨੇਡਾ ਭਰ ਵਿੱਚ ਹੁਣ ਤੱਕ 36,818 ਕਰੋਨਾ ਵਾਇਰਸ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਐਲਬਰਟਾ ਤੋਂ 2915 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 59 ਮੌਤਾਂ ਹੋ ਚੁੱਕੀਆਂ ਨੇ। ਬ੍ਰਿਟਿਸ਼ ਕੋਲੰਬੀਆ ਤੋਂ 1698 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 87 ਮੌਤਾਂ ਹੋ ਚੁੱਕੀਆਂ ਨੇ। ਮੈਨੀਟੋਬਾ ਤੋਂ 257 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 6 ਮੌਤਾਂ ਹੋ ਚੁੱਕੀਆਂ ਨੇ। ਨਿਊ ਬ੍ਰੰਸਵਿਕ ਤੋਂ 118 ਮਾਮਲੇ ਸਾਹਮਣੇ ਆਏ ਨੇ। ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਤੋਂ 255 ਮਾਮਲੇ ਸਾਹਮਣੇ ਆਏ ਨੇ ਤੇ 3 ਮੌਤਾਂ ਹੋਈਆਂ ਨੇ। ਨੋਵਾ ਸਕੋਸ਼ੀਆ ਤੋਂ 721 ਮਾਮਲੇ ਸਾਹਮਣੇ ਆਏ ਨੇ ਤੇ 9 ਮੌਤਾਂ ਹੋਈਆਂ ਨੇ। ਓਨਟਾਰੀਓ ਤੋਂ 11,181 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 656 ਮੌਤਾਂ ਹੋ ਚੁੱਕੀਆਂ ਨੇ।
ਪ੍ਰਿੰਸ ਐਡਵਰਡ ਆਈਲੈਂਡ ਤੋਂ 26 ਮਾਮਲੇ ਸਾਹਮਣੇ ਆਏ ਨੇ। ਕਿਊਬੈਕ ਤੋਂ 19,317 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 939 ਮੌਤਾਂ ਹੋ ਚੁੱਕੀਆਂ ਨੇ। ਸਸਕੈਚਵਨ ਤੋਂ 317 ਮਾਮਲੇ ਸਾਹਮਣੇ ਆਏ ਨੇ ਤੇ 4 ਮੌਤਾਂ ਹੋਈਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ ਕੋਰੋਨਾ ਵਾਇਰਸ ਮਰੀਜ਼ 2 ਨੇ। ਨੁਨਾਵਤ ਤੋਂ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਪਰ ਯੂਕੌਨ 'ਚ ਇਹ ਗਿਣਤੀ ਹੁਣ 11 ਹੋ ਗਈ ਹੈ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।